ਜਦੋਂ ਝੋਨਾ ਅਸੀਂ ਲਾਉਣਾ ਹੁੰਦਾ ਹੈ ਤੇ ਅਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਬਹੁਤ ਪਹਿਲਾਂ ਹੀ। ਪਰ ਪਨੀਰੀ ਬੀਜਣ ਦੇ ਲਈ ਪਹਿਲਾ ਨੁਕਤਾ ਤੇ ਬੜਾ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਤੁਸੀਂ ਪਿਛਲੇ ਵਰੇ ਝੋਨਾ ਨਹੀਂ ਬੀਜਿਆ ਹੋਣਾ ਚਾਹੀਦਾ, ਕਿਉਂਕਿ ਉੱਥੇ ਕਈ ਵਾਰੀ ਪੁਰਾਣੇ ਦਾਣੇ ਰਹਿ ਜਾਂਦੇ ਆ ਤੇ ਉਹ ਤੁਹਾਡੀ ਕਿਸਮ ਦੇ ਵਿੱਚ ਰਲੇਵਾਂ ਹੋ ਜਾਂਦਾ ਹੈ ਤੇ ਫਿਰ ਤੁਹਾਡਾ ਉਹ ਸਾਰਾ ਹੀ ਝੋਨਾ ਜਿਹੜਾ ਉਹ ਰਲੇਵੇਂ ਵਾਲਾ ਹੋ ਜਾਂਦਾ ਹੈ। ਜੇ ਤੁਸੀਂ ਬੀਜ ਰੱਖਣਾ ਹੋਵੇ ਉਹਦੇ ਵਿੱਚੋਂ ਬੀਜ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਖਾਸ ਤੌਰ ਤੇ ਨੇੜੇ ਕੋਈ ਦਰਖਤ ਨਹੀਂ ਹੋਣਾ ਚਾਹੀਦਾ, ਛਾਂ ਨਹੀਂ ਹੋਣੀ ਚਾਹੀਦੀ। ਨੰਬਰ 3, ਕੋਸ਼ਿਸ਼ ਕਰੋ ਕਿ 2 ਕਿਸਾਨ ਨੇੜੇ ਪਨੀਰੀ ਨਾ ਬੀਜਣ। ਕਾਰਨ ਇਹਦੇ ਨਾਲ ਵੀ ਜਿਹੜਾ ਉਹ ਬੀਜਾਂ ਦਾ ਰਲਾਵਾ ਹੋ ਜਾਂਦਾ ਹੈ ਤੇ ਫਿਰ ਉਹ ਰਲੇਵਾਂ ਜਿਹੜਾ ਕਈ ਵਾਰੀ ਸਾਰੀ ਫਸਲ ਨੂੰ ਖਰਾਬ ਕਰਦਾ, ਫਿਰ ਉਹਨੂੰ ਚੁਣਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਕਿਸਾਨ ਭੈਣੋ ਤੇ ਕਿਸਾਨ ਭਰਾਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਜਦੋਂ ਝੋਨਾ ਅਸੀਂ ਲਾਉਣਾ ਹੁੰਦਾ ਹੈ ਤੇ ਅਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਬਹੁਤ ਪਹਿਲਾਂ ਹੀ, ਪਰ ਕਈ ਗੱਲਾਂ ਅਸੀਂ ਭੁੱਲ ਜਾਂਦੇ ਹਾਂ। ਸੋ ਅਸੀਂ ਸਿਰਫ ਤੁਹਾਨੂੰ ਗੱਲਾਂ ਯਾਦ ਕਰਾਉਣ ਆਉਂਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਛੋਟੀਆਂ ਗੱਲਾਂ ਤੇ ਖਾਸ ਤੌਰ ਤੇ ਜਿਹੜੀਆਂ ਝੋਨੇ ਦੀਆਂ ਕਿਸਮਾਂ ਨੇ, ਕਿਹੜੀ ਤਰੀਕ ਤੋਂ ਤੁਸੀਂ ਲਾ ਸਕਦੇ ਹੋ, ਉਹਨਾਂ ਦੀ ਗੱਲ ਕਰਨੀ ਹੈ। ਤੇ ਇੱਕ ਤੁਹਾਨੂੰ ਗੱਲ ਜ਼ਰੂਰ ਦੱਸਣੀ ਹੈ, ਧਿਆਨ ਰੱਖੋ ਕਿ ਜਦੋਂ ਵੀ ਫਸਲ ਬੀਜੋ ਕੋਈ, ਉਹਦੀ ਪਹਿਲੀ ਗੱਲ ਤੇ ਚੋਣ ਕਰਨੀ ਬੜੀ ਜ਼ਰੂਰੀ ਹੈ ਕਿ ਚੰਗੀ ਕਿਸਮ ਦੀ ਬੀਜ ਦੀ ਚੋਣ ਕਰਨੀ ਬੜੀ ਜ਼ਰੂਰੀ ਹੈ। ਬੀਜ ਵਧੀਆ ਤੁਸੀਂ ਲੈ ਲਿਆ ਤੇ ਸਮਝੋ ਅੱਧੀ ਜੰਗ ਤਾਂ ਤੁਸੀਂ ਜਿੱਤ ਗਏ। ਦੂਸਰੀ ਗੱਲ ਹੈ ਕਿ ਬੀਜ ਸੋਧ ਜਿਹੜੀ ਆ ਕਰਨੀ ਨਹੀਂ ਭੁੱਲਣੀ। ਉਹ ਵੱਖ-ਵੱਖ ਫਸਲਾਂ ਲਈ ਵੱਖ-ਵੱਖ ਕਿਸਮ ਦੇ ਢੰਗ ਹੁੰਦੇ ਆ, ਉਹ ਤੁਸੀਂ ਜਾਣ ਸਕਦੇ ਹੋ ਖੇਤੀਬਾੜੀ ਮਾਹਿਰਾਂ ਨਾਲ। ਸਾਡੇ ਪ੍ਰੋਗਰਾਮ ਵੇਖਦੇ ਰਹੋ, ਅਸੀਂ ਇਹਦੇ 'ਚ ਵੀ ਤੁਹਾਨੂੰ ਦੱਸਦੇ ਰਹਿੰਦੇ ਹਾਂ, ਵਿਖਾਵਾਂਗੇ ਵੀ ਕਿ ਬੀਜ ਸੋਧ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਬਾਅਦ 'ਚ ਲੱਗਣੀਆਂ ਪਰ ਉਹਨਾਂ ਦਾ ਹੱਲ ਕੋਈ ਨਹੀਂ ਹੋਣਾ, ਉਹ ਬੀਜ ਸੋਧ ਵੇਲੇ ਸੋਚ ਸਕਦੇ ਹੋ। ਖਾਸ ਤੌਰ 'ਤੇ ਜਿਹੜੀਆਂ ਉੱਲੀ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ, ਫੰਗਸ ਵਰਗੀਆਂ ਜਿਹੜੀਆਂ ਲੱਗ ਜਾਂਦੀਆਂ ਨੇ। ਸੋ ਝੋਨੇ ਦੀ ਪਨੀਰੀ ਬੀਜਣ ਦੇ ਲਈ ਪਹਿਲਾ ਨੁਕਤਾ ਤੇ ਬੜਾ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਤੁਸੀਂ ਪਿਛਲੇ ਵਰੇ ਝੋਨਾ ਨਹੀਂ ਬੀਜਿਆ ਹੋਣਾ ਚਾਹੀਦਾ, ਕਿਉਂਕਿ ਉੱਥੇ ਕਈ ਵਾਰੀ ਪੁਰਾਣੇ ਦਾਣੇ ਰਹਿ ਜਾਂਦੇ ਆ ਤੇ ਉਹ ਤੁਹਾਡੀ ਕਿਸਮ ਦੇ ਵਿੱਚ ਰਲੇਵਾਂ ਹੋ ਜਾਂਦਾ ਹੈ ਤੇ ਫਿਰ ਤੁਹਾਡਾ ਉਹ ਸਾਰਾ ਹੀ ਝੋਨਾ ਜਿਹੜਾ ਉਹ ਰਲੇਵੇਂ ਵਾਲਾ ਹੋ ਜਾਂਦਾ ਹੈ। ਜੇ ਤੁਸੀਂ ਬੀਜ ਰੱਖਣਾ ਹੋਵੇ ਉਹਦੇ ਵਿੱਚੋਂ ਬੀਜ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਖਾਸ ਤੌਰ ਤੇ ਨੇੜੇ ਕੋਈ ਦਰਖਤ ਨਹੀਂ ਹੋਣਾ ਚਾਹੀਦਾ, ਛਾਂ ਨਹੀਂ ਹੋਣੀ ਚਾਹੀਦੀ। ਨੰਬਰ 3, ਕੋਸ਼ਿਸ਼ ਕਰੋ ਕਿ 2 ਕਿਸਾਨ ਨੇੜੇ ਪਨੀਰੀ ਨਾ ਬੀਜਣ। ਕਾਰਨ ਇਹਦੇ ਨਾਲ ਵੀ ਜਿਹੜਾ ਉਹ ਬੀਜਾਂ ਦਾ ਰਲਾਵਾ ਹੋ ਜਾਂਦਾ ਹੈ ਤੇ ਫਿਰ ਉਹ ਰਲੇਵਾਂ ਜਿਹੜਾ ਕਈ ਵਾਰੀ ਸਾਰੀ ਫਸਲ ਨੂੰ ਖਰਾਬ ਕਰਦਾ, ਫਿਰ ਉਹਨੂੰ ਚੁਣਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਮੇਨ ਕਾਰਨ ਤੇ ਜਿਹੜੇ ਇਹ ਹੈਗੇ ਆ। ਦੂਸਰਾ ਇਹ ਹੈ ਕਿ ਤੁਸੀਂ ਜਦੋਂ ਬੀਜ ਸੋਧ ਕਰਨੀ ਹੈ ਝੋਨੇ ਦੇ ਬੀਜ ਲਈ, ਇੱਕ ਗੱਲ ਦਾ ਖਿਆਲ ਰੱਖੋ ਕਿ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਲੈਣਾ। ਸਾਡੇ ਬਹੁਤ ਸਾਰੇ ਕਿਸਾਨ 4 ਕਿਲੋ 5 ਕਿਲੋ ਜਿਹੜਾ ਉਹ ਪਾਉਂਦੇ ਆ, ਇਹਦੇ ਨਾਲ ਝਾੜ ਘਟ ਜਾਂਦਾ ਹੈ। ਔਰ ਖ਼ਾਸ ਤੌਰ ਤੇ ਜਦੋਂ ਤੁਸੀਂ ਪਨੀਰੀ ਪੁੱਟ ਕੇ ਲਾਉਣੀ ਹੈ ਉਦੋਂ ਇਸ ਗੱਲ ਦਾ ਖਿਆਲ ਰੱਖੋ ਕਿ 1 ਵਰਗ ਮੀਟਰ ਦੇ ਵਿੱਚ 30 ਤੋਂ ਲੈ ਕੇ 33 ਬੂਟੇ ਹੋਣੇ ਜ਼ਰੂਰੀ ਹੈ, ਤਾਂ ਤੁਹਾਡਾ ਵਧੀਆ ਝਾੜ ਨਿਕਲੂਗਾ। ਇਹ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ, ਖੇਤੀਬਾੜੀ ਯੂਨੀਵਰਸਿਟੀ ਦੀਆਂ। ਲੰਮੇ ਸਮੇਂ ਤੋਂ ਬਾਅਦ ਉਹਨਾਂ ਨੇ ਕਈ ਸਾਲ ਤਜਰਬਿਆਂ ਤੋਂ ਬਾਅਦ ਇਹ ਸਿੱਟੇ ਕੱਢਿਆ ਤੁਹਾਡੇ ਵਾਸਤੇ। ਸੋ 8 ਕਿਲੋ ਬੀਜ ਵਰਤੋ ਔਰ ਉਹਨੂੰ ਪਹਿਲਾਂ ਤੁਸੀਂ ਟੱਬ ਜਾਂ ਬਾਲਟੀ 'ਚ ਭਿਉਂ ਲਵੋ ਪਾਣੀ 'ਚ, ਤੇ ਜਿਹੜਾ ਹਲਕਾ ਬੀਜ ਹੈ, ਮਾੜਾ ਬੀਜ ਹੈ, ਉਹ ਬਿਲਕੁਲ ਪਾਣੀ ਦੇ ਉੱਪਰ ਆ ਜਾਏਗਾ ਤੇ ਉਹਨੂੰ ਉੱਪਰੋਂ ਲਾ ਲਵੋ। ਇਹਦਾ ਮਤਲਬ ਇਹ ਆ ਕਿ ਉਹ ਬੀਜ ਤੁਹਾਡੀ ਫਸਲ ਨੂੰ ਖਰਾਬ ਨਹੀਂ ਕਰੇਗਾ, ਉਹਦੇ 'ਚੋਂ ਮਾੜਾ ਬੀਜ ਹੁੰਦਾ ਇਸ ਕਰਕੇ ਉਹ ਨਿਕਲ ਜਾਏਗਾ। ਉਸ ਤੋਂ ਬਾਅਦ ਤੁਸੀਂ 3 ਗ੍ਰਾਮ ਸਪ੍ਰਿੰਟ ਦਵਾਈ ਲੈ ਕੇ ਉਹ ਤੁਸੀਂ ਉਹ ਜਿਹੜਾ ਬੀਜ ਹੈ ਤੁਹਾਡਾ ਉਹ ਪਾਣੀ ਨਿਤਾਰ ਕੇ ਪਾਣੀ ਕੱਢ ਦੇਣਾ। ਉਹ ਤੁਸੀਂ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧ ਕਰਨੀ ਹੈ ਤੇ ਉਹਨੂੰ ਉਹਦੇ ਵਿੱਚ ਮਿਲਾ ਦੇਣਾ। ਫਿਰ ਉਹਨੂੰ ਤੁਸੀਂ ਬੋਰੀਆਂ ਦੇ ਉੱਤੇ ਜਾਂ ਪੱਲੀਆਂ ਦੇ ਉੱਤੇ ਖਿਲਾਰ ਦੇਣਾ, ਸਾਰੇ ਨੂੰ ਚੰਗੀ ਤਰ੍ਹਾਂ ਮਿਲਾ ਕੇ
ਤੇ ਉਹਦੇ ਉੱਤੇ ਤੁਸੀਂ ਫਿਰ ਉਹਨੂੰ ਬੋਰੀਆਂ ਨਾਲ ਢੱਕ ਦੇਣਾ। ਅਗਲੇ ਤੁਸੀਂ ਜਿਹੜੇ ਆ ਉਹ 24-25 ਘੰਟੇ ਜਿਹੜੇ ਆ ਉਹਦੇ ਵਿੱਚ ਤੁਸੀਂ ਉਹਨੂੰ ਗਿੱਲਾ ਰੱਖਣਾ, ਪਾਣੀ ਨੂੰ ਜਿਹੜਾ ਉਹ ਰੱਖੋ, ਤੇ ਫਿਰ 24 ਤੋਂ 36 ਘੰਟਿਆਂ ਦੇ ਵਿੱਚ ਉਹ ਪੁੰਗਰ ਜਾਏਗਾ। ਉਸ ਤੋਂ ਬਾਅਦ ਤੁਸੀਂ ਉਹਨੂੰ ਪਨੀਰੀ ਲਈ ਬੀਜ ਸਕਦੇ ਹੋ। ਚੱਲਦੇ ਚੱਲਦੇ ਤੁਹਾਨੂੰ ਅਸੀਂ ਦੱਸ ਦਈਏ ਕਿ ਜਿਹੜੀਆਂ ਕਿਸਮਾਂ ਨੇ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਲਈ ਸਿਫਾਰਿਸ਼ ਕੀਤੀਆਂ, ਉਹਨਾਂ ਦੇ ਵਿੱਚ ਤੁਸੀਂ 20 ਤੋਂ ਲੈ ਕੇ 25 ਮਈ ਤੱਕ ਜਿਹੜੀਆਂ ਕਿਸਮਾਂ ਪਨੀਰੀ ਬੀਜ ਸਕਦੇ ਹੋ। ਉਹਦੇ ਵਿੱਚ PR ਕਿਸਮਾਂ ਨੇ 113, 114, 121, 122, 128, 129 ਤੇ 131। 25 ਮਈ ਤੋਂ 31 ਮਈ ਤੱਕ ਜਿਹੜੀਆਂ ਤੁਸੀਂ ਕਿਸਮਾਂ ਬੀਜ ਸਕਦੇ ਹੋ ਉਹ ਹੈਗੀ ਆ PR 127, 130 ਤੇ HKR 47। 25 ਮਈ ਤੋਂ ਲੈ ਕੇ ਫਿਰ ਅੱਗੋਂ ਤੁਸੀਂ ਬੀਜ ਸਕਦੇ ਹੋ ਜਿਹੜੀਆਂ ਪਛੇਤੀਆਂ ਹੈਗੇ ਨੇ 20 ਜੂਨ ਤੱਕ, ਉਹ ਹੈਗੀ ਹੈ PR 126 ਵਾਲੀਆਂ। ਸੋ ਇਹਨਾਂ ਨੂੰ ਤੁਸੀਂ ਇਸ ਢੰਗ ਨਾਲ ਬੀਜ ਕੇ ਇਹਨੂੰ ਵਰਤ ਸਕਦੇ ਹੋ। ਦੂਸਰੀ ਗੱਲ, 8 ਕਿਲੋ ਬੀਜ ਪ੍ਰਤੀ ਏਕੜ ਵਰਤਣਾ, ਇਸ ਤੋਂ ਘਟਾਉਣਾ ਨਹੀਂ। ਜੇ ਇਸ ਤੋਂ ਘਟਾਓਗੇ ਤਾਂ ਤੁਹਾਡਾ ਝਾੜ ਘਟ ਜਾਏਗਾ। ਇਹ ਸਾਰੀਆਂ ਹੀ ਕਿਸਮਾਂ ਜਿਹੜੀਆਂ ਨੇ ਇਹਨਾਂ ਦੀ ਤਕਰੀਬਨ 30 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਉਹ ਝਾੜ ਆਉਂਦਾ ਹੈ। ਇਸ ਦੇ ਨਾਲ ਹੀ ਮੈਨੂੰ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰੋ। D5 ਚੈਨਲ ਦੇ ਪ੍ਰੋਗਰਾਮ ਬਾਕੀ ਵੀ ਤੁਸੀਂ ਵੇਖ ਸਕਦੇ ਹੋ YouTube ਤੇ ਜਾ ਕੇ। ਅੱਗੇ ਸ਼ੇਅਰ ਕਰੋ ਤੇ ਸਾਡੇ ਨਾਲ ਇਸੇ ਤਰ੍ਹਾਂ ਲਗਾਤਾਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਰਹੋ। ਹੁਣ ਦਿਓ ਆਗਿਆ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ। ਜਦੋਂ ਝੋਨਾ ਅਸੀਂ ਲਾਉਣਾ ਹੁੰਦਾ ਹੈ ਤੇ ਅਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਬਹੁਤ ਪਹਿਲਾਂ ਹੀ, ਪਰ ਪਨੀਰੀ ਬੀਜਣ ਦੇ ਲਈ ਪਹਿਲਾ ਨੁਕਤਾ ਤੇ ਬੜਾ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਤੁਸੀਂ ਪਿਛਲੇ ਵਰੇ ਝੋਨਾ ਨਹੀਂ ਬੀਜਿਆ ਹੋਣਾ ਚਾਹੀਦਾ, ਕਿਉਂਕਿ ਉੱਥੇ ਕਈ ਵਾਰੀ ਪੁਰਾਣੇ ਦਾਣੇ ਰਹਿ ਜਾਂਦੇ ਆ ਤੇ ਉਹ ਤੁਹਾਡੀ ਕਿਸਮ ਦੇ ਵਿੱਚ ਰਲੇਵਾਂ ਹੋ ਜਾਂਦਾ ਹੈ ਤੇ ਫਿਰ ਤੁਹਾਡਾ ਉਹ ਸਾਰਾ ਹੀ ਝੋਨਾ ਜਿਹੜਾ ਉਹ ਰਲੇਵੇਂ ਵਾਲਾ ਹੋ ਜਾਂਦਾ ਹੈ। ਜੇ ਤੁਸੀਂ ਬੀਜ ਰੱਖਣਾ ਹੋਵੇ ਉਹਦੇ ਵਿੱਚੋਂ ਬੀਜ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਉਸ ਥਾਂ ਤੇ ਖਾਸ ਤੌਰ ਤੇ ਨੇੜੇ ਕੋਈ ਦਰਖਤ ਨਹੀਂ ਹੋਣਾ ਚਾਹੀਦਾ, ਛਾਂ ਨਹੀਂ ਹੋਣੀ ਚਾਹੀਦੀ। ਨੰਬਰ 3, ਕੋਸ਼ਿਸ਼ ਕਰੋ ਕਿ 2 ਕਿਸਾਨ ਨੇੜੇ ਪਨੀਰੀ ਨਾ ਬੀਜਣ। ਕਾਰਨ ਇਹਦੇ ਨਾਲ ਵੀ ਜਿਹੜਾ ਉਹ ਬੀਜਾਂ ਦਾ ਰਲਾਵਾ ਹੋ ਜਾਂਦਾ ਹੈ ਤੇ ਫਿਰ ਉਹ ਰਲੇਵਾਂ ਜਿਹੜਾ ਕਈ ਵਾਰੀ ਸਾਰੀ ਫਸਲ ਨੂੰ ਖਰਾਬ ਕਰਦਾ, ਫਿਰ ਉਹਨੂੰ ਚੁਣਨਾ ਬੜਾ ਮੁਸ਼ਕਲ ਹੋ ਜਾਂਦਾ ਹੈ।